ਸਰਬਾ ਕਲਾ ਸਮਰਾਥ ਡੋਲਣਾ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਓਹ ਅਪਰਸ ਸਗਲ ਨਿਸਤਾਰੈ। ਔਰ ਧਾਰੈ ਜੋ ਅੰਤਰ ਨਾਮ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ ਬਾਣੀ ਕੇ ਬੋਹੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੇ ਪਾਵਨ ਹਜ਼ੂਰ ਵਿਖੇ ਨਿਤ ਦੀ ਤਰ੍ਹਾਂ ਸ਼ਾਮ ਦੇ ਨਿਰੰਤਰ ਦੀਵਾਨਾ ਅੰਦਰ ਭਾਈ ਨੰਦ ਲਾਲ ਜੀ ਗੁਰਮਤਿ ਵਿਦਿਆਲਾ ਸ਼੍ਰੀ ਸਰਬਲੋ ਬੁੰਗਾ ਨੰਗਲੀ ਵਿਖੇ ਜੋ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਮਹਾਨ ਕਥਾ ਪ੍ਰਾਰੰਭ ਹੋਈ ਹੈ। 8 ਸ਼ਲੋਕ ਅਸ਼ਟਪਦੀਆਂ ਗੁਰੂ ਖਾਲਸਾ ਜੀ ਹੁਣ ਤੱਕ ਸਾਂਝ ਹੋਏ ਨੇ। 9ਵੇਂ ਸ਼ਲੋਕ ਦੀ ਆਰੰਭਤਾ ਹੋ ਰਹੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਪਾਵਨ ਉਪਦੇਸ਼ ਦੀ ਪ੍ਰਾਰੰਭਤਾ ਕਰ ਰਹੇ ਨੇ। ਕੁਝ ਗੁਰੂ ਕਿਆਂ ਸਿੱਖਾਂ ਨੇ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ, ਕਈ ਸਿੱਖ ਕਈ ਲੋਕ ਆਪ ਆ ਕੇ ਸਾਡੇ ਕੋਲ ਇਹ ਬਚਨ ਉਚਾਰਦੇ ਨੇ ਵੀ ਅਸੀਂ ਅਪਰਸ ਹਾਂ। ਕਈ ਭੇਖ ਮਾਤਰ ਹੀ ਅਪਰਸ ਨੇ, ਕੋਈ ਹੈ ਨਹੀਂ ਜੀਵਨ। ਔਰ ਲੋਕਾਂ ਦੇ ਵਿੱਚ ਬਾਹਰੋਂ ਅਪਰਸ ਹੋ ਕੇ ਭੇਖ ਮਾਤਰ ਵਿਚਰਦੇ ਨੇ। ਕੋਈ ਕਿਸੇ ਤਰ੍ਹਾਂ ਦਾ ਆਪਣਾ ਜੀਵਨ ਗੁਰੂ ਖਾਲਸਾ ਜੀ ਦੱਸ ਰਿਹਾ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਕੋ ਸਿੱਖਾਂ ਨੇ ਬੇਨਤੀ ਕੀਤੀ ਵੀ ਗਰੀਬ ਨਵਾਜ, ਆਪ ਜੀ ਕਿਰਪਾ ਕਰਕੇ ਮਿਹਰ ਕਰਕੇ ਦੱਸੋ ਵੀ ਅਸਲ ਦੇ ਵਿੱਚ ਅਪਰਸ ਕੌਣ ਹੈ। ਗੁਰਮਤਿ ਦੇ ਅਨੁਸਾਰ, ਗੁਰਮਤਿ ਦੀ ਰਹਿਮਤ ਦੇ ਨਾਲ ਅਪਰਸ ਕੌਣ ਜਾਣਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਪਰਸ ਦੇ ਪਰਥਾਏ ਇੱਥੇ ਪਾਵਨ ਉਪਦੇਸ਼ ਜਿਹੜਾ ਹੈ ਬਖਸ਼ਿਸ਼ ਕਰ ਰਹੇ ਨੇ। ਕਰੋ ਕਿਰਪਾ, ਸੁਰਤ ਇਕਾਗਰ ਕਰੋ, ਗੁਰੂ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦਾ ਧਿਆਨ ਲਾਓ, ਆਸੀਸ ਬਖਸ਼ੋ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਔਰ ਧਾਰੈ ਜੋ ਅੰਤਰ ਨਾਮ। ਸ਼ਲੋਕ ਦੀ ਆਰੰਭਤਾ ਕਰ ਰਹੇ ਨੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ।
ਨਾਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਔਰ ਆਰੰਭਕ ਬਚਨ ਨੇ ਔਰ ਧਾਰਾ ਜੋ ਅੰਤਰ ਨਾਮ। ਅਪਰਸ ਦੇ ਪ੍ਰਥਾਏ ਫਰਮਾ ਰਹੇ ਨੇ ਵੀ ਜਿਹੜਾ ਔਰ ਕਹੀਏ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਦਾ ਹੈ। ਕਈਆਂ ਦਾ ਸੁਭਾਅ ਹੁੰਦਾ ਹੈ ਵੀ ਬਾਹਰੋਂ ਮੁਖ ਤੋਂ ਹੀ ਧਾਰਦੇ ਨੇ, ਅੰਦਰ ਹਿਰਦੇ ਦੇ ਵਿੱਚ ਨਹੀਂ। ਤੇ ਸਾਹਿਬ ਜੀ ਕਹਿੰਦੇ ਜਿਹੜਾ ਹਿਰਦੇ ਦੇ ਵਿੱਚ ਧਾਰਨ ਕਰੇ, ਜਿਹੜਾ ਦਿਲੋਂ ਗੁਰੂ ਖਾਲਸਾ ਜੀ ਪਰਮੇਸ਼ਰ ਦੇ ਨਾਲ ਖਿੱਚ ਰੱਖੇ, ਪ੍ਰੇਮ ਰੱਖੇ, ਜਿਹੜਾ ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਵਿੱਤਰ ਨਾਮ ਨੂੰ ਧਾਰਾ ਕਹੀਏ, ਧਾਰਦਾ ਹੈ ਜੀ। ਸਰਬ ਮੈਂ ਪੇਖੈ ਭਗਵਾਨ। ਔਰ ਸਰਬ ਕਹੀਏ ਸਾਰਿਆਂ ਦੇ ਵਿੱਚ ਹੀ ਭਗਵਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੇਖਾ ਭਾਵ ਵੇਖਣਾ ਕਰੇ। ਜਿਹੜਾ ਸਾਰਿਆਂ ਦੇ ਵਿੱਚ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖਣਾ ਕਰੇ। ਗਰੀਬ ਨਵਾਜ਼ ਜੀ ਜ਼ਿਕਰ ਕਰਦੇ ਨੇ ਕਿ ਹਿਰਦੇ ਦੇ ਵਿੱਚ ਵੀ ਨਾਮ ਹੋਵੇ, ਅੰਦਰ ਵੀ ਪਰਮੇਸ਼ਰ ਦਾ ਨਾਮ ਹੋਵੇ, ਤੇ ਬਾਹਰੋਂ ਵੀ ਗੁਰੂ ਖਾਲਸਾ ਜੀ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਪੇਖਾ ਕਹੀਏ ਵੇਖਦਾ ਹੋਵੇ, ਭਾਵ ਵੇਖਣਾ ਕਰੇ ਜੀ। ਨਿਮਖ ਨਿਮਖ ਠਾਕੁਰ ਨਮਸਕਾਰ। ਔਰ ਨਿਮਖ ਨਿਮਖ ਮਾਤਰ ਇਹ ਗੁਰੂ ਖਾਲਸਾ ਜੀ ਸਮੇਂ ਦੀ ਵੰਡ ਹੈ। ਜਿਵੇਂ ਪਹਿਰ ਹੈ, ਦਿਨ ਨੇ, ਘੜੀਆਂ ਨੇ, ਜਿਵੇਂ ਗੁਰੂ ਖਾਲਸਾ ਜੀ ਕੁਇੰਟਲਾਂ ਦੇ ਵਿੱਚ, ਟਨਾਂ ਦੇ ਵਿੱਚ ਭਾਰ ਹੁੰਦਾ ਹੈ ਨਾ, ਉਹਦੀ ਬਰਕੀ ਲਾਈਏ ਤੇ ਗ੍ਰਾਮਾਂ ਦੇ ਵਿੱਚ ਆ ਜਾਂਦਾ ਹੈ। ਇਹਦਾ ਹੀ ਸਮਾਂ ਜਿਹੜਾ ਸਾਲ, ਮਹੀਨਾ, ਘੜੀ, ਪੈਰ, ਦਿਨ, ਇਹਨੂੰ ਹੋਰ ਬਰੀਕੀ ਦੇ ਨਾਲ ਤੋਲੋਗੇ ਤੇ ਹੋਰ ਬਰੀਕੀ ਚ ਆ ਜਾਂਦਾ। ਸੋਹਿਲਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ, ਵਿਸੋਏ ਚਸਿਆ ਘੜੀਆ ਪਹਿਰਾ। ਉੱਥੇ ਇਹ ਸਾਰੇ ਸ਼ਬਦ ਵਰਤੇ ਨੇ ਹਜੂਰ ਨੇ, ਵਿਸਾ, ਚਸਾ, ਘੜੀ, ਪੈਰ, ਥਿਤ, ਰੁੱਤ, ਇਹ ਸਾਰੀ ਸਮੇਂ ਦੀ ਵੰਡ ਗੁਰੂ ਖਾਲਸਾ ਜੀ। ਇੱਥੇ ਹਜੂਰ ਨੇ ਕਿਹਾ ਨਿਮਖ ਨਿਮਖ, ਅੱਖ ਨੂੰ ਜਿਹੜਾ ਖੋਲ ਕੇ ਬੰਦ ਕਰਨਾ, ਇੱਕ ਨਿਮਖ ਜਾਣਦੇ। ਇੱਕ ਇੱਕ ਨਿਮਖ ਮਾਤਰ ਸਿੱਖਾ ਗੁਰੂ ਨੂੰ ਨਮਸਕਾਰ ਕਰੇ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਅਰੂਪੇ, ਨਮਸਤੰ ਅਨੂਪੇ। ਇੱਕ ਇੱਕ ਨਿਮਖ ਮਾਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਦਾ। ਹਿਰਦੇ ਵਿੱਚ ਨਾਮ ਹੋਵੇ ਤੇ ਸਾਰਿਆਂ ਦੇ ਵਿੱਚ ਇੱਕ ਸਮਾਨ, ਇੱਕ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖਦਾ ਹੋਵੇ, ਤੱਕਦਾ ਹੋਵੇ, ਤੇ ਨਿਮਖ ਨਿਮਖ ਮਾਤਰ ਗੁਰੂ ਖਾਲਸਾ ਜੀ ਇੱਕ ਇੱਕ ਛਿਨ, ਇੱਕ ਇੱਕ ਪਲ, ਇੱਕ ਇੱਕ ਸਵਾਸ, ਅੱਖ ਝਮਕਣ ਦੇ ਜਿੰਨਾ ਸਮਾਂ ਹੁੰਦਾ ਹੈ, ਉਹਨਾਂ ਸਮਾਂ ਵਿੱਚ ਗੁਰੂ ਖਾਲਸਾ ਜੀ ਕੱਢ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਦਾ ਹੋਵੇ। ਨਾਨਕ ਉਹ ਅਪਰਸ ਸਗਲ ਨਿਸਤਾਰੈ। ਸਾਹਿਬ ਜੀ ਜ਼ਿਕਰ ਕਰਦੇ ਨੇ ਉਹ ਅਪਰਸ, ਉਹ ਅਪਰਸ ਹੈ। ਅ ਨਾਮ ਔਰ ਪਰਸ ਨਾਮ, ਅ ਅਗੇਤਰ ਹੈ। ਉਹ ਗੁਰੂ ਖਾਲਸਾ ਜੀ ਪਰਸ ਛੂਹਣ ਤੋਂ ਜਿਹੜਾ ਅਰਹਿਤ ਹੈ, ਜਿਹੜਾ ਸਾਰਿਆਂ ਨੂੰ ਹੀ ਇੱਕ ਰੂਪ ਪਰਮੇਸ਼ਰ ਜਾਣਦਾ ਹੈ, ਹਿਰਦੇ 'ਚ ਨਾਮ ਰੱਖਦਾ ਹੈ, ਨਿਮਖ ਮਾਤਰ ਪਰਮੇਸ਼ਰ ਨੂੰ ਨਮਸਕਾਰ ਕਰੀ ਜਾ ਰਿਹਾ ਹੈ। ਔਰ ਗੁਰੂ ਖਾਲਸਾ ਜੀ ਉਹ ਅਪਰਸ ਹੈ ਜਿਹੜਾ ਸਗਲ ਨਿਸਤਾਰ ਹੈ, ਸਾਰਿਆਂ ਦਾ ਹੀ ਪਾਰ ਉਤਾਰਾ ਕਰਦਾ। ਕਈ ਅਪਰਸ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਨੂੰ ਛੂੰਹਦਾ ਨਾ ਹੋਵੇ। ਇੱਥੋਂ ਤੱਕ ਵੀ ਗੁਰੂ ਖਾਲਸਾ ਜੀ ਅਪਰਸ ਮੰਨਦੇ ਨੇ ਵੀ ਰੁੱਖ ਦਾ ਪਰਛਾਵਾਂ ਤੱਕ ਵੀ ਨਹੀਂ ਪੈਣ ਦਿੰਦੇ, ਵੀ ਰੁੱਖ ਦਾ ਪਰਛਾਵਾਂ ਪੈ ਜੇ ਤੇ ਪ੍ਰਿਸ਼ਟੇ ਗਏ। ਇਹੋ ਜਿਹੇ ਵੀ ਭੇਖ ਧਾਰੀ ਅਪਰਸ ਆ ਗਏ ਨੇ। ਪਰ ਸਾਹਿਬ ਜੀ ਕਹਿੰਦੇ ਅਸਲ 'ਚ ਉਹ ਅਪਰਸ ਹੈ ਜਿਹਨੂੰ ਮਾਇਆ ਦਾ ਲੇਪ ਨਹੀਂ, ਜਿਹਨੂੰ ਵਿਕਾਰਾਂ ਵਿਸ਼ਿਆਂ ਦਾ ਲੇਪ ਨਹੀਂ, ਜਿਹਦੇ ਦੇ ਗੁਰੂ ਖਾਲਸਾ ਜੀ ਉਸਤਤ ਨਿੰਦਿਆ ਦਾ ਲੇਪ ਨਹੀਂ, ਜਿਹੜਾ ਨਿਰਲੇਪ ਹੋ ਕੇ ਵਿਚਰ ਰਿਹਾ, ਉਹ ਅਪਰਸ ਹੈ। ਔਰ ਨਾਲ ਕਿਹਾ ਸਗਲ ਨਿਸਤਾਰਾ, ਸਾਰਿਆਂ ਦਾ ਹੀ ਭਲਾ ਕਰਦਾ ਹੈ, ਸਾਰਿਆਂ ਨੂੰ ਨਿਸ ਰੂਪੀ ਸੰਸਾਰ ਤੋਂ ਤਾਰਾ ਕਹੀਏ ਤਾਰਨਾ ਕਰਦਾ ਹੈ।
ਉਹਨੂੰ ਸਾਹਿਬ ਜੀ ਕਹਿੰਦੇ ਸਾਡੇ ਇਧਰ ਜਿਹੜਾ ਹੈ ਅਪਰਸ ਉਚਾਰਦੇ ਹਨ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਇਹ ਅਰਥ ਪਿਛੇ ਹੋ ਚੁੱਕੇ ਨੇ। ਅਸ਼ਟਪਦੀ, ਅਸ਼ਟ ਕਹੀਏ 8, ਪਦੀ ਕਹੀਏ ਪਦੇ। ਜਿਵੇਂ ਗੁਰੂ ਖਾਲਸਾ ਜੀ ਗੁਰਬਾਣੀ ਦੇ ਵਿੱਚ ਆਪ ਜੀ ਦੇ ਗਿਆਸ ਵਾਸਤੇ ਅਰਜ ਕਰਦੇ ਆ, ਇੱਕ ਪਦਾ ਵੀ ਆਉਂਦਾ ਹੈ, 2 ਪਦੇ ਵੀ ਆਉਂਦੇ ਨੇ, ਤੇ ਪਦੇ, ਚੌ ਪਦੇ, ਪੰਜ ਪਦੇ। ਇਸੇ ਤਰੀਕੇ ਦੇ ਨਾਲ ਇੱਥੇ ਅਸ਼ਟਪਦੀ ਹੈ, 8-8 ਪਦੇ ਨੇ। ਇੱਕ ਆਉਂਦੇ ਨੇ ਤੁਕੇ, ਇੱਕ ਆਉਂਦੇ ਨੇ ਪਦੇ। ਮਾਰੂ ਰਾਗ ਪੜੋਗੇ ਉੱਥੇ ਮਾਰੂ 16 ਵੀ ਆਉਂਦੇ ਨੇ, 16-16 ਪਦਿਆਂ ਦੇ ਸ਼ਬਦ। 8-8 ਪਦਿਆਂ ਦੀ ਗੁਰੂ ਖਾਲਸਾ ਜੀ ਅਸ਼ਟਪਦੀ ਹੈ। ਸੁਖਮਨੀ ਸਾਹਿਬ ਦੇ 24 ਸ਼ਲੋਕ ਨੇ ਤੇ 24 ਅਸ਼ਟਪਦੀਆਂ ਨੇ। 262 ਅੰਗ ਤੋਂ ਗੌੜੀ ਦੇ ਵਿੱਚ ਇਹ ਬਾਣੀ ਆਰੰਭ ਹੁੰਦੀ ਹੈ ਤੇ 296 ਅੰਗ ਤੇ ਜਾ ਕੇ ਸੰਪੂਰਨ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦਾ ਸਥਾਨ 262 ਅੰਗ ਦੇ ਮੱਧ ਤੋਂ ਲੈ ਕੇ 296 ਦੇ ਮੱਧ ਤੱਕ ਹੈ। ਔਰ ਗੁਰੂ ਖਾਲਸਾ ਜੀ 24 ਸ਼ਲੋਕ ਤੇ 24 ਅਸ਼ਟਪਦੀਆਂ ਨੇ। ਪਹਿਲਾ ਸ਼ਲੋਕ ਆਉਂਦਾ ਹੈ, ਫਿਰ ਸਾਰੇ ਸ਼ਲੋਕ ਨੂੰ ਜਿਹੜਾ ਹੈ ਅਸ਼ਟਪਦੀ ਵਿੱਚ ਬਿਆਨ ਕੀਤਾ ਜਾਂਦਾ ਹੈ। 8-8 ਪਦੇ ਨੇ, ਇੱਕ ਪਦੇ ਵਿੱਚ 10 ਪੰਕਤੀਆਂ ਆਉਂਦੀਆਂ ਨੇ। ਟੋਟਲ ਇੱਕ ਅਸ਼ਟਪਦੀ ਦੀਆਂ ਤਕਰੀਬਨ 80 ਪੰਕਤੀਆਂ ਬਣਦੀਆਂ ਨੇ। ਰਹੋ ਵਿਚਾਰ ਅਸ਼ਟਪਦੀ। ਅੱਗੇ ਸਤਿਗੁਰੂ ਜੀ ਅਪਰਸ ਦਾ ਫਿਰ ਜ਼ਿਕਰ ਕਰਦੇ ਨੇ, ਮਿਥਿਆ ਨਾਹੀ ਰਸਨਾ ਪਰਸ। ਉਹ ਗੁਰੂ ਖਾਲਸਾ ਜੀ ਫਿਰ ਆਪਣੀ ਰਸਨਾ ਦੇ ਨਾਲ ਮਿਥਿਆ ਜਿਹੜਾ ਹੈ ਸ਼ਬਦ ਉਹ ਕਦੀ ਵੀ ਪਰਸ ਕਹੀਏ ਛੂਹਦਾ ਨਹੀਂ ਹੈ। ਆਪਣੀ ਰਸਨਾ ਤੋਂ ਝੂਠ ਨਹੀਂ ਬੋਲਦਾ, ਮਿਥਿਆ ਦੇ ਨਾਲ ਮੋਹ ਨਹੀਂ ਰੱਖਦਾ, ਔਰ ਗੁਰੂ ਖਾਲਸਾ ਜੀ ਮਿਥਿਆ ਵੱਲ ਖਿੱਚ ਵੀ ਨਹੀਂ ਰੱਖਦਾ। ਜਿਹੜਾ ਪਰਮੇਸ਼ਰ ਵੱਲੋਂ ਅਪਰਸ ਹੈ ਨਾ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਿਕਰ ਕਰਦੇ ਨੇ, ਉਹ ਗੁਰੂ ਖਾਲਸਾ ਜੀ ਮਿਥਿਆ ਪਦਾਰਥਾਂ ਤੋਂ ਰਸਨਾ ਦੇ ਨਾਲ ਜਿਹੜਾ ਹੈ ਛੂਹ ਨਹੀਂ ਰੱਖਦਾ, ਭਾਵ ਕਿਨਾਰਾ ਕਰ ਜਾਂਦਾ ਹੈ। ਉਹ ਨਾ ਫਿਰ ਮਿਥਿਆ ਪਦਾਰਥ ਰਸਨਾ ਦੇ ਨਾਲ ਲਾਉਂਦਾ ਤੇ ਨਾ ਹੀ ਗੁਰੂ ਖਾਲਸਾ ਜੀ ਸੰਸਾਰ ਦੇ ਕਿਸੇ ਮਿੱਥ ਬੋਲ ਨੂੰ, ਕਿਸੇ ਵੀ ਤਰ੍ਹਾਂ ਦੇ ਸੰਸਾਰ ਦੇ ਮਿੱਥ ਸੁਭਾਅ ਨੂੰ ਰਸਨਾ ਤੋਂ ਸਪਰਸ਼ਦਾ ਨਹੀਂ, ਭਾਵ ਛੂਹਦਾ ਨਹੀਂ ਹੈ ਜੀ। ਮਨ ਮਹਿ ਪ੍ਰੀਤ ਨਿਰੰਜਨ ਦਰਸ। ਔਰ ਮਨ ਦੇ ਵਿੱਚ ਨਿਰੰਜਨ ਕਹੀਏ, ਨਿਰਅੰਜਨ। ਅੰਜਨ ਨਾਮ ਕਾਲਕ ਮਾਇਆ ਦਾ ਹੈ। ਜਿਹੜਾ ਪਰਮੇਸ਼ਰ ਮਾਇਆ ਤੋਂ ਕਾਲਕ ਤੋਂ ਰਹਿਤ ਹੈ ਉਹਦਾ ਸ਼ੁੱਧ ਨਾਮ ਨਿਰੰਜਨ। ਇਹਦੀ ਜਦੋਂ ਸੰਧੀ ਕਰਦੇ ਨੇ ਤੇ ਨਿਰਅੰਜਨ ਨਿਕਲਦਾ, ਸੰਧੀ ਛੇਤੀ ਜ਼ਿਕਰ ਕਰਦੇ ਨੇ। ਮਨ ਮਹਿ ਪ੍ਰੀਤ, ਮਨ ਦੇ ਵਿੱਚ ਗੁਰੂ ਖਾਲਸਾ ਜੀ ਪ੍ਰੀਤ ਹੁੰਦੀ ਆ ਤੇ ਨਿਰੰਜਨ, ਨਿਰਅੰਜਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ ਕਹੀਏ, ਦਰਸ਼ਨਾਂ। ਆਪ ਜੀ ਸੁਖਮਨੀ ਸਾਹਿਬ ਪਿੱਛੇ ਪੜ੍ਹ ਆਏ ਹੋ। ਸਿੱਖ ਦੇ ਅੰਦਰ ਇੱਕੋ ਹੀ ਤਾਂਗ ਹੈ, ਇੱਛਾ ਹੈ, ਕਾਂਕੀ ਏਕਾ ਦਰਸ ਤੁਹਾਰੋ। ਦਰਸ਼ਨਾਂ ਦਾ ਮਹਾਤਮ ਬੜਾ ਹੈ। ਬਾਣੀ ਵਿੱਚ ਆਪ ਜੀ ਦੇ ਸਨਮੁਖ ਬੇਨਤੀ ਕਰਾਂ, ਬਾਣੀ ਚੋਂ ਹੀ ਇੱਕ ਤੇ ਆਪ ਜੀ ਪੜ੍ਹਦੇ ਹੋ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਗੁਰੂ ਖਾਲਸਾ ਜੀ ਜੰਮਣ ਮਰਨ ਦਾ ਦੁੱਖ ਨਿਵਰਤ ਹੋ ਜਾਂਦਾ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਸਾਹਿਬ ਜੀ ਨੇ ਇੱਥੋਂ ਤੱਕ ਦਰਸ਼ਨਾਂ ਦਾ ਗੁਰੂ ਖਾਲਸਾ ਜੀ ਜੀਵਨ ਬਾਣੀ ਦੇ ਵਿੱਚ ਜਿਹੜਾ ਹੈ ਪ੍ਰਥਾਏ ਉਚਾਰਿਆ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਆਸਥਾ ਵਾਲੇ, ਭਾਵਨਾ ਵਾਲੇ ਗੁਰੂ ਦੇ ਦਰਸ਼ਨ ਨੂੰ ਦੇਖ ਕੇ ਜਿਉਂਦੇ ਨੇ। ਇੱਥੋਂ ਤੱਕ ਬਾਣੀ ਸ਼ਬਦ ਆਉਂਦਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਪੇਖਿਆ ਤੋਂ ਭਾਵ ਹੈ ਵੇਖਿਆ, ਦਰਸ਼ਨ ਕੀਤਾ, ਸੇ ਫਿਰ ਗਰਭਾਸ ਨਾ ਭਰਿਆ। ਜਿਹਨੇ ਇੱਕ ਵਾਰ ਗੁਰੂ ਦੇ ਦਰਸ਼ਨ ਕਰ ਲਏ ਗੁਰੂ ਖਾਲਸਾ ਜੀ, ਉਹ ਗਰਭ ਤੋਂ ਬਾਹਰ ਹੋ ਜਾਂਦਾ। ਇਸ ਵਾਸਤੇ ਦਰਸ਼ਨਾਂ ਦੀ ਤਾਂਗ ਰੱਖਣੀ ਚਾਹੀਦੀ ਹੈ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅੰਧ। 4 ਤਰ੍ਹਾਂ ਦੇ ਦਰਸ਼ਨ ਵਿਦਵਾਨ ਜਨਾਂ ਨੇ ਮੰਨਣਾ ਕੀਤੇ ਨੇ। ਇੱਕ ਗੁਰੂ ਖਾਲਸਾ ਜੀ
ਸ਼ਰਵਣ ਦਰਸ਼ਨ ਹੁੰਦੇ ਨੇ। ਇੱਕ ਗੁਰੂ ਖਾਲਸਾ ਜੀ ਚਿੱਤਰ ਦਰਸ਼ਨ ਹੁੰਦੇ ਨੇ। ਇਸੇ ਤਰੀਕੇ ਦੇ ਨਾਲ ਸੁਪਨ ਦਰਸ਼ਨ ਹੁੰਦਾ ਹੈ। ਤੇ ਚੌਥਾ ਗੁਰੂ ਖਾਲਸਾ ਜੀ ਪ੍ਰਤੱਖ ਦਰਸ਼ਨ ਹੁੰਦਾ ਹੈ। ਸ਼ਰਵਣ ਦਰਸ਼ਨ, ਜਿਵੇਂ ਆਪਾਂ ਗੁਰੂ ਖਾਲਸਾ ਜੀ ਕੋਈ ਇਤਿਹਾਸ, ਗੁਰਬਾਣੀ, ਗੁਰ ਸ਼ਬਦ ਨੂੰ ਵਿਚਾਰ ਰਹੇ ਹੋਈਏ ਤੇ ਜੀਵ ਐ ਟਿਕਾ ਦੇ ਵਿੱਚ ਤਨ ਮਨ ਟਿਕਾ ਕੇ ਹਜ਼ੂਰੀ 'ਚ ਬੈਠ ਕੇ ਜਾਂ ਜਿੱਥੇ ਵੀ ਸੁਰਤ ਲੱਗੀ ਹੋਵੇ ਬਿਲਕੁਲ ਪੂਰਨ ਤੌਰ ਤੇ ਉਧਰ ਨੂੰ ਧਿਆਨ ਲਾਵੇ ਤੇ ਉਹਨੂੰ ਜੋ ਉਚਾਰਿਆ ਜਾ ਰਿਹਾ ਹੁੰਦਾ ਉੱਥੋਂ ਦਾ ਦਰਸ਼ਨ ਹੋ ਜਾਂਦਾ ਹੈ। ਜਿਵੇਂ ਗੁਰੂ ਖਾਲਸਾ ਜੀ ਆਪਾਂ ਇੱਥੇ ਹੁਣ ਬਾਤ ਕਰੀਏ ਮਾਛੀਵਾੜੇ ਸਾਹਿਬ ਦੀ, ਜਿੱਥੇ ਗੁਰ ਕਲਗੀਧਰ ਸਾਹਿਬ ਜੰਡ ਦੇ ਹੇਠਾਂ ਆਏ ਨੇ ਤੇ ਮਹਾਰਾਜ ਜੀ ਦੇ ਜੇ ਆਪਾਂ ਧਿਆਨ ਦੇ ਨਾਲ ਕਰਾਂਗੇ, ਸੁਣਾਂਗੇ ਤੇ ਧਿਆਨ ਬਿਲਕੁਲ ਮਾਛੀਵਾੜੇ ਜੰਡ ਹੇਠਾਂ ਜੋ ਸਤਿਗੁਰੂ ਜੀ ਪਏ ਹੋਏ ਨੇ, ਖੱਬੀ ਵੱਖੀ ਜ਼ਮੀਨ ਤੇ ਹੈ, ਸੱਜੀ ਅਸਮਾਨ ਵੱਲ ਨੂੰ ਹੈ, ਹੱਥ 'ਚ ਤਲਵਾਰ ਹੈ, ਪੈਰੀਂ ਜੋੜਾ ਨਹੀਂ, ਉਵੇਂ ਹੀ ਉਹ ਦਰਸ਼ਨ ਹੋ ਜਾਣਗੇ। ਸੁਣ ਕੇ ਗੁਰੂ ਖਾਲਸਾ ਜੀ ਉੱਥੇ ਮਨ ਚਲਾ ਜਾਣਾ, ਉਹਨੂੰ ਸ਼ਰਵਣ ਦਰਸ਼ਨ ਆਖਦੇ। ਜਿਵੇਂ ਇੱਕ ਮਾਈ ਦੇ ਬੱਚੇ ਬਾਹਰ ਖੇਡ ਰਹੇ ਹੋਣ ਕੰਧੋਂ ਪਾਰ, 5-7 ਬੱਚੇ ਬਾਹਰੋਂ ਵੀ ਆ ਕੇ ਖੇਡ ਰਹੇ ਹੋਣ ਤੇ ਉਸ ਮਾਈ ਦਾ ਬੱਚਾ ਕਿਤੇ ਰੋ ਪਵੇ, ਉਹਨੂੰ ਆਪਣੇ ਬੱਚੇ ਦੀ ਆਵਾਜ਼ ਦੀ ਪਛਾਣ ਹੋਵੇ ਤੇ ਉਸ ਵੇਲੇ ਪਛਾਣ ਲੈਂਦੀ ਵੀ ਮੇਰਾ ਪੁੱਤ ਰੋ ਰਿਹਾ। ਇਹ ਵੀ ਛੱਡੋ, ਜਿਹੜੇ ਗੁਰਮੁਖ ਬਾਣੀ ਦੇ ਨਾਲ ਸਨੇਹ ਰੱਖਦੇ ਨੇ, ਗੁਰਬਾਣੀ ਦਾ ਗੁਰੂ ਖਾਲਸਾ ਜੀ ਗਿਆਤ ਰੱਖਦੇ ਨੇ, ਉਹ ਸਪੀਕਰ ਵਿੱਚ ਜਿਵੇਂ ਇੱਥੇ ਬਾਣੀ ਚੱਲ ਰਹੀ ਹੈ ਜਾਂ ਕਿਤੇ ਵੀ ਉਹ ਘਰਾਂ 'ਚ ਬੈਠੇ ਜਾਂ ਆਉਂਦੇ ਜਾਂਦੇ ਸੁਣ ਲੈਣ। ਜਿਹੜੇ ਜ਼ਿਆਦਾ ਖੋਜੀ ਨੇ ਉਹ ਇੱਥੋਂ ਤੱਕ ਦਰਸ਼ਨ ਕਰ ਲੈਂਦੇ ਨੇ ਕਿਹੜਾ ਅੰਗ ਹੈ, ਕਿਹੜਾ ਰਾਗ ਹੈ, ਕਿਹੜੇ ਗੁਰੂ ਦੀ ਬਾਣੀ ਹੈ, ਤੇ ਬਹੁਤੇ ਗੁਰੂ ਖਾਲਸਾ ਜੀ ਰੱਖਦੇ ਨੇ ਬਾਣੀ ਨੂੰ ਸੁਣ ਕੇ ਜਾ ਲੈਂਦੇ। ਹੁਣ ਜਿਹੜੇ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਆ ਉਹਨਾਂ ਨੂੰ ਪਤਾ ਵੀ ਇਹ ਅਸ਼ਟਪਦੀ ਦੀ ਬਾਤ ਚੱਲ ਰਹੀ ਹੈ। ਇਸੇ ਤਰੀਕੇ ਨਾਲ ਦਰਸ਼ਨ ਹੈ ਨਾ, ਸੁਣ ਕੇ ਦਰਸ਼ਨ ਹੋ ਜਾਂਦਾ। ਦੂਜਾ ਦਰਸ਼ਨ ਹੁੰਦਾ ਹੈ ਗੁਰੂ ਖਾਲਸਾ ਜੀ ਚਿੱਤਰ ਦਰਸ਼ਨ, ਜਿਵੇਂ ਤਸਵੀਰ ਚਿੱਤਰੀ ਹੋ, ਜਿਵੇਂ ਆਹ ਤਸਵੀਰ ਹੈ, ਇਹਨੂੰ ਵੇਖ ਕੇ ਆਪਾਂ ਭਾਈ ਨੰਦ ਲਾਲ ਸਾਹਿਬ ਜੀ ਦਾ ਜ਼ਿਕਰ ਕਰਦੇ ਹਾਂ। ਚਿੱਤਰ ਤੋਂ ਦਰਸ਼ਨ ਹੋ ਜਾਣਾ ਤੇ ਧਿਆਨ ਉੱਥੇ ਚਲਿਆ ਜਾਣਾ। ਜਿਹੜੀ ਚੀਜ਼ ਗੁਰੂ ਖਾਲਸਾ ਜੀ ਪਰਮੇਸ਼ਰ ਨਾਲ ਜੋੜ ਰਹੀ ਹੋਵੇ ਨਾ, ਉਹਦਾ ਖੰਡਨ ਨਹੀਂ ਕਰਨਾ ਚਾਹੀਦਾ। ਜੇ ਚਿੱਤਰ ਵੀ ਗੁਰੂ ਖਾਲਸਾ ਜੀ ਪਰਮੇਸ਼ਰ ਨਾਲ ਜੋੜਦਾ ਨਾ, ਉਹਦਾ ਖੰਡਨ ਨਹੀਂ ਹੈ। ਹਾਂ, ਜਿਹੜੀ ਤੋੜਦੀ ਹੋਵੇ ਜਾਂ ਮਨਮਤ ਨੂੰ ਜਨਮ ਦਿੰਦੀ ਹੋਵੇ ਉਹਦੇ ਤੋਂ ਦੂਰ ਹੋ ਜਾਣਾ ਚਾਹੀਦਾ। ਇਹ ਤਸਵੀਰਾਂ ਕੀ ਨੇ? ਇਹ ਸਿਰਫ ਸਾਨੂੰ ਸਾਡੇ ਵਡੇਰਿਆਂ ਦੇ ਨਾਲ ਜੋੜਦੀਆਂ। ਇੱਕ ਬਾਪ ਆਪਣੇ ਬੱਚੇ ਨੂੰ ਜਨਮ ਦਿੰਦਾ, ਉਹ ਸਭਨਾਂ ਦੀ ਪਛਾਣ ਕਰਦਾ। ਫਿਰ ਜਦੋਂ ਗੁਰੂ ਖਾਲਸਾ ਦੀ ਤਸਵੀਰਾਂ ਦੇਖਦਾ ਨਾ, ਉਦੋਂ ਫਿਰ ਪਛਾਣਦਾ ਵੀ ਆ ਫਲਾਣੇ ਦੀ, ਆ ਢੀਂਗੜੇ ਦੀ। ਚਿੱਤਰ ਤੋਂ ਹੀ ਪਛਾਣ ਰਿਹਾ ਨਾ। ਇੱਦਾਂ ਚਿੱਤਰ ਦਰਸ਼ਨ, ਜਿਵੇਂ ਤਸਵੀਰਾਂ ਚਿੱਤਰਕਾਰ ਚਿੱਤਰਦੇ ਨੇ। ਦੂਜੇ ਪਾਸੇ ਗੁਰੂ ਖਾਲਸਾ ਜੀ ਜੇ ਅੱਜ ਕਿਸੇ ਚਿੱਤਰਕਾਰ ਨੂੰ ਕਹੀਏ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਾਨੂੰ ਹਾਲ ਦਿਖਾ, ਦਰਸ਼ਨ ਕਰਾ, 6-7 ਕੋਹ ਦੇ ਦਰਮਿਆਨ ਕਲਗੀਧਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਛੱਡ ਰਹੇ ਆ, ਫੌਜ ਅੱਗੇ ਚੜੀ ਹੈ ਜਾਂ ਸਰਸਾ ਦਾ ਜਾਂ ਐਰਾ ਹੋਰ ਵੀ, ਉਹ ਗੁਰੂ ਖਾਲਸਾ ਜੀ ਫੇਰ ਕੀ ਕਰਦਾ? ਕੁਝ ਸਿੱਖ ਘੋੜਿਆਂ ਤੇ ਅਸਵਾਰ ਨੇ, ਕੁਝ ਪੈਦਲ ਨੇ, ਬਾਹਰ ਫੌਜਾਂ ਦਾ ਘੇਰਾ, ਕਿਧਰੇ ਸਰਸਾ ਦਾ ਗੁਰੂ ਖਾਲਸਾ ਜੀ ਪ੍ਰਵਾਹ ਤੋਂ ਮੀਂਹ ਵਗ ਰਿਹਾ, ਚਿੱਕੜ ਹੋਇਆ, ਫੌਜਾਂ ਲੜਨ ਭਿੜ ਰਹੀਆਂ ਨੇ। ਉਹ ਚਿੱਤਰ ਦੇ ਰਾਹੀਂ ਉਹ ਦਰਸ਼ਨ ਕਰਾ ਦਿੰਦਾ। ਇੱਕ ਚਿੱਤਰ ਦਰਸ਼ਨ ਹੁੰਦਾ। ਤੀਜਾ ਗੁਰੂ ਖਾਲਸਾ ਜੀ ਸੁਪਨੇ ਦਾ ਦਰਸ਼ਨ ਹੁੰਦਾ। ਇਹ ਬਾਤ ਜ਼ਾਹਰ ਹੈ ਕਿ ਸੁਪਨਾ ਹਰ ਪ੍ਰਾਣੀ ਲਗਭਗ ਲੈਂਦਾ। ਕਿਸੇ ਨੂੰ ਮਾੜਾ ਆਉਂਦਾ, ਕਿਸੇ ਨੂੰ ਚੰਗਾ ਆਉਂਦਾ। ਬਹੁਤਾਤ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਜਿਹੜੀ ਬਾਤ ਬੰਦੇ ਦੇ ਦਿਨੇ ਚਿੱਤ ਵਿੱਚ ਹੋਵੇ ਨਾ, ਜਿਹੜੀ ਗੱਲ ਨੂੰ ਜ਼ਿਆਦਾ ਚਿੰਤਾ ਦਾ ਵਿਸ਼ਾ ਲਾ ਕੇ ਬੰਦਾ ਸੋਚ ਰਿਹਾ ਹੋਵੇ ਜਾਂ ਤਰਸ ਰਿਹਾ ਹੋਵੇ ਜਾਂ ਤੜਫ ਰਿਹਾ ਹੋਵੇ, ਰਾਤ ਨੂੰ ਉਹੀ ਸੁਪਨਾ ਬਣ ਕੇ ਵਾਪਰਦੀ। ਬਹੁਤਾਤ ਇਹ ਠੀਕ ਹੈ ਜਿਨ੍ਹਾਂ ਦੀ ਗੁਰੂ ਖਾਲਸਾ ਜੀ ਤਾਂ ਵਿਦੇਸ਼ ਦੀ ਰਹਿੰਦੀ ਆ, ਉਹ ਸੁਪਨੇ ਜੀ ਵਿਦੇਸ਼ ਚਲੇ ਜਾਂਦੇ, ਉੱਦਾਂ ਜਾਣ ਜਾਂ ਨਾ ਜਾਣ। ਜਿਨ੍ਹਾਂ ਦੀ ਤਾਂਗ ਮਾਇਆ ਦੀ ਜਾਂ ਅਹੁਦੇ ਦੀ ਰਹਿੰਦੀ ਆ, ਉਹ ਸੁਪਨੇ ਜੀ ਹੋ ਜਾਂਦੇ ਨੇ। ਤੇ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੀ ਤਾਂਗ ਗੁਰੂ ਨੂੰ ਮਿਲਦੀ ਰਹਿੰਦੀ ਆ ਨਾ,
ਉਹਨਾਂ ਨੂੰ ਗੁਰੂ ਖਾਲਸਾ ਜੀ ਫਿਰ ਗੁਰੂ ਹੀ ਸੁਪਨੇ 'ਚ ਮਿਲ ਪੈਂਦਾ ਹੈ। ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ, ਸ਼ਲੋਕ ਹੈ, ਕਬੀਰ ਸੁਪਨੇ ਹੂੰ ਬਰੜਾਏ ਕਾ ਚੇਹ ਮੁਖ ਨਿਕਸਾ ਰਾਮ ਤਾਕੇ ਪਾਕੀ ਪਾਨਹੀ ਮੇਰੇ ਤਨ ਕੋ ਚਾਮ। ਕਬੀਰ ਸਾਹਿਬ ਜੀ ਕਹਿੰਦੇ ਸੁਪਨੇ ਵਿੱਚ ਕੋਈ ਬਰੜਾ ਕੇ ਰਾਮ ਕਹਿ ਦਵੇ, ਇਹਦੇ ਤੋਂ ਭਾਵ ਕਹਿਣ ਵਾਲੇ ਹੈ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ। ਗੁਰਮੁਖ ਪਿਆਰਿਆਂ ਤੋਂ ਬਚਨ ਸੁਣਿਆ ਸੀ, ਕਹਿੰਦੇ ਕਿ ਮਹਾਂਪੁਰਖਾਂ ਦੀ ਜਦੋਂ ਸਮਾਧੀ ਲੱਗੀ ਹੋਣੀ ਨਾ, ਵਿਸ਼ਰਾਮ ਦੇ ਵਿੱਚ ਹੋਣੇ, ਸੁਖ ਲੈ ਰਹੇ ਹੋਣੇ, ਤੇ ਕਈ ਵਾਰ ਸੁੱਤਿਆਂ ਹੀ ਬਾਣੀ ਪੜ੍ਹ ਜਾਂਦੇ ਹੁੰਦੇ ਸੀ, ਤੇ ਵਿਦਿਆਰਥੀ ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰ ਲੈਣੀਆਂ ਤੇ ਨਾਲ ਸੰਥਿਆ ਕਰ ਲੈਣੀ, 25 50 ਅੰਗ ਏਦਾਂ ਮਹਾਂਪੁਰਖ ਸੁਖ ਲੈਂਦੇ ਪੜ੍ਹ ਜਾਂਦੇ ਹੁੰਦੇ ਸੀ। ਇਹ ਗੁਰੂ ਖਾਲਸਾ ਜੀ ਹੱਥ ਨਾਲ ਆਪਣੇ ਥਰੂ ਕੌੜੀ ਵਾਲੀ ਬਾਤ ਹੈ ਵੀ ਜੇ ਸਾਨੂੰ ਗੁਰੂ ਦਾ ਸੁਪਨਾ ਨਹੀਂ ਆਉਂਦਾ ਤੇ ਇਹ ਥੋੜੀ ਵੀ ਕਿਸੇ ਨੂੰ ਨਹੀਂ ਆਉਂਦਾ। ਸਾਡੀ ਜਿੱਥੇ ਖੇਚਾ ਉੱਥੇ ਦੂਜੇ ਦੀ ਨਹੀਂ ਆ ਗਈ, ਜਿੱਥੇ ਉਹਦੀ ਪਹੁੰਚ ਆ ਉੱਥੇ ਸਾਡੀ ਨਹੀਂ ਆ ਗਈ। ਇਸ ਵਾਸਤੇ ਤੀਜੇ ਦਰਸ਼ਨ ਨੇ ਸੁਪਨੇ ਦੇ, ਚੌਥੇ ਨੇ ਗੁਰੂ ਖਾਲਸਾ ਜੀ ਪ੍ਰਤੱਖ। ਜਿਵੇਂ ਗੁਰ ਕਲਗੀਧਰ ਸਾਹਿਬ ਜੀ ਨੇ ਬ੍ਰਹਮ ਗਿਆਨੀ ਭਾਈ ਰਾਮ ਕੌਰ ਜੀ ਨੂੰ ਦਿੱਤੇ ਨੇ, ਇਸੇ ਤਰੀਕੇ ਨਾਲ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਕਲਗੀਧਰ ਸਾਹਿਬ ਜੀ ਨੇ ਕਿਹਾ ਸੀ, ਹੱਥ ਤੇਰਾ ਕੀਸਾ ਮੇਰਾ। ਏਦਾਂ ਗੁਰੂ ਖਾਲਸਾ ਜੀ ਸਮੇਂ ਸਮੇਂ ਦੇ ਨਾਲ ਸਾਹਿਬ ਨੇ ਦਰਸ਼ਨ ਦੇ ਕੇ ਨਿਵਾਜਿਆ। ਦਰਸ਼ਨ ਦਾ ਮਹਾਤਮ ਹੈ ਤੇ ਗਰੀਬ ਨਵਾਜ਼ ਜ਼ਿਕਰ ਕਰਦੇ ਨੇ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਉਹ ਅਪਰਸ ਪੁਰਸ਼ ਹੈ ਜਿਹਦੇ ਅੰਦਰ ਗੁਰੂ ਖਾਲਸਾ ਜੀ ਇੱਕੋ ਪ੍ਰੀਤ ਹੋਵੇ, ਇੱਕੋ ਤਾਂਗ ਹੋਵੇ ਕਿ ਮੈਂ ਨਿਰੰਜਨ ਨਿਰਅੰਜਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਪਰਸਣਾ। ਦਰਸ਼ਨ ਕਰਨਾ ਵੀ ਚਾਹੀਦਾ ਹੈ, ਕਿਉਂਕਿ ਤਨ ਮਨ ਹੋਏ ਨਿਹਾਲ ਜਾ ਕੋ ਦੇਖਾ ਸਾਹਮਣੇ। ਜਦੋਂ ਗੁਰੂ ਦਾ ਦਰਸ਼ਨ ਹੋ ਜੇ ਤੇ ਨਿਹਾਲ ਹੋ ਜਾਈਦਾ ਹੈ। ਦਰਸ਼ਨ ਭੇਟਤ ਹੋਤ ਨਿਹਾਲ, ਇਹ ਦਰਸ਼ਨ ਦਾ ਮਹਾਤਮ ਹੈ। ਖੈਰ ਇੰਨਾ ਕੀ ਆਪਾਂ ਵਿਚਾਰ ਸਾਂਝਾ ਲੈ ਲਈਏ। ਮਨ ਮਹਿ ਪ੍ਰੀਤ ਨਿਰੰਜਨ ਦਰਸ਼ਨ, ਸਿੱਖਾ ਪ੍ਰੀਤ ਹੋ ਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਪ੍ਰੀਤ ਕਰ, ਕਿਹਦੇ ਨਾਲ ਕਰਨੀ ਹੈ? ਮਾਇਆ ਨਾਲ, ਪੁੱਤਰਾਂ ਦੇ ਨਾਲ, ਸਨੇਹ ਕਿਹਨਾਂ ਕਰਨਾ? ਜ਼ਿਕਰ ਕਰਦੇ ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਪ੍ਰੀਤ ਏਦਾਂ ਹੀ ਆ ਨਾ, ਜਿੰਨਾ ਪ੍ਰੀਤ ਰੱਖੀਏ ਚਾਹੀਦਾ ਵੀ ਰਸਨਾ ਤੋਂ ਉਹਨੂੰ ਬੋਲੀਏ, ਕੰਨਾਂ ਨਾਲ ਉਹਦਾ ਜਸ ਸੁਣੀਏ ਤੇ ਅੱਖਾਂ ਤੋਂ ਗੁਰੂ ਖਾਲਸਾ ਜੀ ਮਿਲਣ ਦੀ ਤਾਂਘ ਰੱਖੀਏ। ਜੇ ਸਾਡੀ ਗੁਰੂ ਨਾਲ ਪ੍ਰੀਤ ਹੋਵੇ ਜਾਂ ਪਾਉਣੀ ਹੋਵੇ ਤੇ ਸਿੱਖਾ ਗੁਰੂ ਨੂੰ ਸੁਣਨਾ ਸ਼ੁਰੂ ਕਰ ਦੇ, ਗੁਰੂ ਨੂੰ ਬੋਲਣਾ ਪੜ੍ਹਨਾ ਸ਼ੁਰੂ ਕਰ ਦੇ ਤੇ ਗੁਰੂ ਨੂੰ ਦੇਖਣ ਦੀ ਤਾਂਘ ਰੱਖ ਲੈ। ਇਹ ਪ੍ਰੀਤ ਹੀ ਗੁਰੂ ਚਰਨਾਂ ਤੱਕ ਲਾਇਆ ਹੈ। ਸੋ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਉਹ ਸਿੱਖ ਨੂੰ ਗੁਰੂ ਖਾਲਸਾ ਜੀ ਫਿਰ ਮਨ ਦੇ ਵਿੱਚ ਜਿਹੜਾ ਹੈ, ਜਿਹੜਾ ਅਪਰਸ ਆਪਣੇ ਆਪ ਨੂੰ ਜਾਣਦਾ, ਉਹ ਨਿਰਅੰਜਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪ੍ਰੀਤ ਰੱਖਦਾ ਹੈ ਜੀ। ਪਾਰ ਤ੍ਰੇ ਰੂਪ ਨਾ ਪੇਖੈ ਨੇਤਰ। ਅੱਗੇ ਜ਼ਿਕਰ ਕਰਦੇ ਨੇ ਪਾਰ ਪਰਾਇਆ, ਤ੍ਰੇ ਨਾਮ ਔਰਤ ਦਾ ਹੈ, ਇਸਤਰੀ ਦਾ ਹੈ। ਕਈ ਤ੍ਰੀ ਵੀ ਪੜ ਜਾਂਦੇ ਨੇ। ਤ੍ਰੀ ਗੁਰੂ ਖਾਲਸਾ ਜੀ ਜੇ ਬਿਹਾਰੀ ਹੋਵੇ ਫੇਰ ਬਣਦਾ ਤ੍ਰੇ। ਪਾਰ ਤ੍ਰੇ ਰੂਪ, ਕਹਿੰਦੇ ਜਿਹੜਾ ਪਰਾਈ ਔਰਤ ਦਾ ਰੂਪ ਹੈ ਨਾ, ਤਨ ਦੇਖਣਾ, ਨਾ ਪੇਖਾ ਨੇਤਰ, ਇਹਨੂੰ ਅੱਖਾਂ ਦੇ ਨਾਲ ਨਾ ਵੇਖੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਅੱਖਾਂ ਲੱਗੀਆਂ ਨੇ ਕਾਹਦੇ ਵਾਸਤੇ ਲੱਗੀਆਂ ਨੇ? ਇਹ ਪਰਾਇਆ ਰੂਪ ਵੇਖਣ ਨੂੰ ਲੱਗੀਆਂ ਨੇ, ਲੜਾਈ ਝਗੜੇ ਵੇਖਣ ਨੂੰ ਲੱਗੀਆਂ? ਕਹਿੰਦੇ ਨਹੀਂ, ਇਹ ਨੇਤਰ ਹੋ ਮੇਰੇ ਉਹ ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹਨਾਂ ਨੇਤਰਾਂ ਨੂੰ ਗੁਰੂ ਖਾਲਸਾ ਜੀ ਇਹ ਹੁਕਮ ਹੈ, ਤੁਹਾਡੇ ਵਿੱਚ ਜੋਤ ਤਾਂ ਪਾਈ ਹੈ ਤੁਸੀਂ ਪਰਮੇਸ਼ਰ ਦਾ ਦਰਸ਼ਨ ਕਰੋ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਖਾਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਿਹਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਵੱਡੀ ਹੈ ਤੇ ਮਾਂ ਜਾਣੇ। ਗੁਰੂ ਖਾਲਸਾ ਜੀ ਹਾਣ ਦੀ ਹੈ, ਉਹਨੂੰ ਭੈਣ ਜਾਣੇ, ਜੇ ਛੋਟੀ ਆ ਤੇ ਆਪਣੇ ਬੱਚਿਆਂ ਦੀ ਤਰ੍ਹਾਂ ਧੀਆਂ ਰੂਪ ਜਾਣਨਾ ਕਰੇ। ਗੁਰ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਵੀ ਜ਼ਿਕਰ ਕੀਤਾ, ਹਜੂਰ ਨੇ ਤੇ ਗੁਰੂ ਖਾਲਸਾ ਜੀ ਕਈ ਵੇਖਣ ਦਾ ਮਾਨਣ ਦੀ ਤਮੰਨਾ ਰੱਖਦੇ ਨੇ। ਕਲਗੀਧਰ ਸਾਹਿਬ ਜੀ ਨੇ ਕਿਹਾ, ਸਿੱਖਾ ਪਰਾਏ ਤਨ ਦੀ ਜਦੋਂ ਗੱਲ ਕੀਤੀ, ਹਜੂਰ ਨੇ ਕਿਹਾ ਭੁੱਲ ਕੇ ਸੁਪਨੇ ਮਾਤਰ ਵੀ ਨਾ ਚਲਿਆ ਜਾਈ, ਦੇਖਣਾ ਤੇ ਬੜੀ ਦੂਰ ਦੀ ਗੱਲ ਹੈ।
ਨਿਜ ਨਿਆਰੀ ਕੇ ਸੰਗ ਨੇਹੋ ਤੁਮ ਨਿਤ ਬਡਾਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾ। ਪਰਾਏ ਤਨ ਤੇ ਗੁਰੂ ਖਾਲਸਾ ਜੀ ਸੁਪਨੇ ਮਾਤਰ ਵੀ ਨਹੀਂ ਜਾਣਾ ਚਾਹੀਦਾ। ਤਾਂ ਕਰਕੇ ਪਰ ਤ੍ਰਿਆ ਰੂਪ ਨਾ ਵੇਖਿਆ ਨੇਤਰ, ਇਹਨਾਂ ਨੇਤਰਾਂ ਦੇ ਨਾਲ ਪਰਾਇਆ ਰੂਪ ਜਿਹੜਾ ਕਦੇ ਨਹੀਂ ਦੇਖਣਾ ਚਾਹੀਦਾ। ਇਸ ਵਾਸਤੇ ਬਾਣੀ ਸ਼ਬਦ ਆਉਂਦਾ ਰਸਨਾ ਜਪਾ ਨਾ ਨਾਮ ਤਿਲ ਤਿਲ ਕਰ ਕੱਟਿਆ। ਜੇ ਰਸਨਾ ਨਾਮ ਨਹੀਂ ਨਾ ਜਪਦੀ ਉਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਹੈ। ਤੇ ਜਿਹੜੇ ਨੇਤਰ ਆਪਣੇ ਗੁਰੂ ਦਾ ਦਰਸ਼ਨ ਨਹੀਂ ਵੇਖਦੇ, ਗੁਰੂ ਖਾਲਸਾ ਜੀ ਵੇਖਦੇ, ਉਹਨਾਂ ਨੇਤਰਾਂ ਵਿੱਚ ਸਲਾਈਆਂ ਤੱਕੀਆਂ ਜਾਂਦੀਆਂ। ਤੇ ਯਾਦ ਰੱਖੋ, ਜਿਹੜੇ ਨੇਤਰ ਗੁਰੂ ਦਾ ਦਰਸ਼ਨ ਕਰਦੇ ਹੋਣ ਉਹਨਾਂ 'ਚ ਜ਼ਹਿਰ ਦੀ ਪਾਨ ਦੇ ਕਿੱਲ ਵੀ ਲੱਗ ਜਾਣ, ਉਹ ਵੀ ਕੁਝ ਨਹੀਂ ਜੇ ਵਿਗਾੜ। ਕਹਿਲੂਰ ਦਾ ਰਾਜਾ ਆਇਆ ਭੀਮ ਚੰਦ ਕਲਗੀਧਰ ਸਾਹਿਬ ਵੇਲੇ, ਉਹਦਾ ਸ਼ਰ ਵਜ਼ੀਰ ਸੀ ਦੇਵੀ ਦਾਸ। ਉਹ ਕਲਗੀਧਰ ਦਾ ਪ੍ਰੀਤਮ ਸੀ, ਪਿਆਰਾ ਸੀ, ਔਰ ਗੁਰੂ ਖਾਲਸਾ ਜੀ ਉਹਨੇ ਬੜੀ ਤਾਂਘ ਰੱਖੀ। ਰਾਜੇ ਨੇ ਉਹਨੂੰ ਸਜ਼ਾ ਦਿੱਤੀ ਵੀ ਇਹਦੀਆਂ ਅੱਖਾਂ ਵਿੱਚ ਜ਼ਹਿਰ ਦੀ ਪਾਨ ਵਾਲੇ ਜਿਹੜੇ ਲਾਲ ਸੁਰਖਰੂ ਜਿਹੜੀਆਂ ਸਲਾਈਆਂ ਕਿੱਲ ਨੇ ਉਹ ਠੋਕ ਕੇ ਤੇ ਪਹਾੜ ਤੋਂ ਸੁੱਟ ਦਿੱਤਾ ਜਾਏ। ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਲਾ ਲਿਆ ਤੇ ਮਹਾਰਾਜ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਸੀ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰੂ ਖਾਲਸਾ ਜੀ ਖੂਨ ਨਿਕਲ ਆਇਆ। ਪਾਤਸ਼ਾਹ ਜੀ ਦੇ ਸਿੱਖਾਂ ਨੇ ਚਰਨ ਵਧੇ, ਪਤਾ ਲੱਗ ਗਿਆ ਸਿੱਖਾਂ ਨੂੰ ਕੋਈ ਮਹਾਰਾਜ ਕਿਤੇ ਮਿਹਰ ਕਰ ਰਹੇ ਨੇ। ਸਮੇਂ ਬਾਅਦ ਉਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਆਇਆ, ਨੇਤਰ ਗੁਰੂ ਖਾਲਸਾ ਜੀ ਕੁਝ ਵੀ ਨਾ ਵਿਗੜਿਆ, ਮਹਾਰਾਜ ਦੇ ਚਰਨਾਂ ਤੇ ਪੱਟੀਆਂ ਸੀ। ਕਹਿ ਲੱਗਾ ਸਤਿਗੁਰੂ ਜੀ ਇਹ ਕੀ ਹੋਇਆ ਚਰਨਾਂ ਤੇ? ਤੇ ਮਹਾਰਾਜ ਜੀ ਨੇ ਸਲਾਈਆਂ ਕੱਢ ਕੇ ਅੱਗੇ ਕਰ ਦਿੱਤੀਆਂ ਵੀ ਆਹ ਦੇਖ ਲੈ ਦੇਵੀ ਦਾਸਾ, ਤੂੰ ਚਰਨਾਂ ਦਾ ਧਿਆਨ ਧਾਰਿਆ ਸੀ, ਇਹ ਚਰਨਾਂ ਜਾਣ ਲੱਗੀਆਂ ਨੇ। ਜੇ ਸਾਡੀ ਛਾਤੀ ਦਾ ਧਿਆਨ ਧਾਰ ਦੋ ਇਹ ਸਾਡੀ ਛਾਤੀ 'ਚ ਆ ਲੱਗਣੀਆਂ ਸੀ। ਗੁਰੂ ਖਾਲਸਾ ਜੀ ਜਿਹੜੇ ਨੇਤਰ ਗੁਰੂ ਦਾ ਦਰਸ਼ਨ ਕਰਦੇ ਨੇ ਉਹਨਾਂ ਨੇਤਰਾਂ ਦਾ ਵਾਲ ਵੀ ਵਿੰਗਾ ਨਹੀਂ, ਤੇ ਜਿਹੜੇ ਨੇਤਰ ਗੁਰੂ ਖਾਲਸਾ ਜੀ ਪਰਾਇਆ ਰੂਪ ਤੱਕਣ ਤੇ ਲੱਗੇ ਰਹਿੰਦੇ ਨੇ ਉਹਨਾਂ 'ਚ ਫਿਰ ਜਮਦੂਤ ਗੁਰੂ ਖਾਲਸਾ ਜੀ ਲਾਲ ਸਲਾਈਆਂ, ਜਿਵੇਂ ਗਾਵਾਂ ਦੇ ਬੱਚਿਆਂ ਦੇ ਸਿੰਘ ਠੋਕਣ ਵਾਸਤੇ ਦਾਗਦੇ ਆ ਨਾ ਡਾਕਟਰ ਆ ਕੇ, ਇਦਾਂ ਫਿਰ ਅੱਖਾਂ ਨੂੰ ਦਾਗਿਆ ਜਾਂਦਾ। ਸੋ ਵਿਸ਼ੇਸ਼ ਕਰਕੇ ਮਹਾਰਾਜ ਜੀ ਕਹਿ ਰਹੇ ਆ ਪਰ ਤ੍ਰਿਆ ਰੂਪ ਨਾ ਵੇਖਿਆ ਨੇਤਰ, ਇਹਨਾਂ ਨੇਤਰਾਂ ਦੇ ਨਾਲ ਕਦਾਚਿਤ ਵੀ ਪਰਾਇਆ ਰੂਪ ਨਾ ਦੇਖਣਾ ਕਰੇ ਜੀ। ਸਾਧ ਕੀ ਟਹਿਲ ਸੰਤ ਸੰਗ ਹੇਤ। ਆਓ ਗੁਰੂ ਖਾਲਸਾ ਜੀ ਸਾਧੂ ਮਹਾਤਮਾ ਦੀ ਟਹਿਲ ਦੇ ਵਿੱਚ ਰਹੇ, ਸਾਧੂ ਮਹਾਤਮਾ ਦੀ ਟਹਿਲ ਕਰੇ। ਜਿੰਨਾ ਵੀ ਸਮਾਂ ਜਿਹੜਾ ਆਏ ਲੱਗੇ ਉਹ ਗੁਰੂ ਖਾਲਸਾ ਜੀ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਵਿੱਚ ਜਿਹੜਾ ਆਏ ਉਹ ਗੁਜ਼ਾਰਨਾ ਕਰੇ, ਟਹਿਲ ਸੇਵਾ ਕਰੇ ਵਡਭਾਗੀ ਹੋ ਕੇ, ਔਰ ਪ੍ਰੇਮ ਰੱਖੇ, ਪਿਆਰ ਦੇ ਨਾਲ ਸੰਗਤ ਦੇ ਵਿੱਚ ਵਿਚਰੇ, ਸਾਧੂ ਮਹਾਤਮਾ ਦੀ ਗੁਰੂ ਕੀ ਸੰਗਤ ਦੀ ਸੇਵਾ ਕਰਨਾ ਕਰੇ ਜੀ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇਹਨਾਂ ਕੰਨਾਂ ਦੇ ਨਾਲ ਗੁਰੂ ਖਾਲਸਾ ਜੀ ਕਦਾਚਿਤ ਵੀ ਕਿਸੇ ਦੀ ਨਿੰਦਿਆ ਨਾ ਸੁਣਨਾ, ਕਿਸੇ ਦੀ ਚੁਗਲੀ ਨਾ ਸੁਣੇ। ਸਾਹਿਬ ਜੀ ਨੇ ਬਾਣੀ ਵਿੱਚ ਦਾ ਬੜਾ ਸੁੰਦਰ ਜ਼ਿਕਰ ਕੀਤਾ, ਜਿਹੜੇ ਕੰਨ ਪਰਮੇਸ਼ਰ ਦਾ ਜਸ ਨਹੀਂ ਸੁਣਦੇ, ਕੰਨ ਲੱਗੇ ਤੇ ਸਰੀਰ ਦੇ ਨਾਲ ਤਾਂ ਹੀ ਨੇ ਵੀ ਰੱਬ ਦਾ ਨਾਮ ਸੁਣ। ਇਹ ਸ਼ਰਵਣ ਮੇਰਿਓ ਸਾਚਾ ਸੁਨਣਾ ਨੋ ਪਠਾਏ, ਸਾਚਾ ਸੁਨਣਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਨੂੰ ਤਾਂ ਹੀ ਸਰੀਰ ਦੇ ਨਾਲ ਜੋੜਿਆ ਭੇਜਿਆ ਵੀ ਸੱਚੀ ਬਾਣੀ ਸੁਣੋ। ਤੇ ਜਿਹੜੇ ਕੰਨ ਗੁਰੂ ਖਾਲਸਾ ਜੀ ਸੱਚੀ ਬਾਣੀ ਤੋਂ ਕਿਨਾਰਾ ਕਰਕੇ ਨਿੰਦਿਆ ਚੁਗਲੀ ਵੱਲ ਚਲੇ ਜਾਂਦੇ ਨੇ, ਬਾਣੀ ਵਿੱਚ ਪਾਤਸ਼ਾਹ ਜੀ ਨੇ ਕਿਹਾ ਉਹ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਕੇ ਉਹਨਾਂ ਨੂੰ ਸਦਾ ਵਾਸਤੇ ਬੰਦ ਕਰ ਦਿਓ। ਜਿਹੜੇ ਰੱਬ ਦਾ ਨਾਂ ਨਹੀਂ ਨਾ ਸੁਣ ਸਕਦੇ ਉਹਨਾਂ ਕੰਨਾਂ 'ਚ ਸਿੱਕਾ ਢਾਲ ਕੇ ਪਾ ਕੇ ਉਹਨਾਂ ਨੂੰ ਸਦਾ ਲਈ ਬੰਦ ਕਰ ਦਿਓ। ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲੇ। ਗੁਰੂ ਖਾਲਸਾ ਜਿਹੜੇ ਕੰਨ ਰੱਬ ਦਾ ਨਾਮ ਨਹੀਂ ਸੁਣਦੇ। ਦੂਜੇ ਪਾਸੇ ਇਹ ਵੀ ਮਹਾਰਾਜ ਜੀ ਨੇ ਵਿਸ਼ੇਸ਼ ਤੌਰ ਤੇ ਸਾਨੂੰ ਸੁਚੇਤ ਕੀਤਾ, ਇਹਨਾਂ ਕੰਨਾਂ ਦੇ ਨਾਲ ਸਿੱਖਾਂ ਰੱਬ ਦਾ ਨਾਮ ਸੁਣਨਾ ਤੇ ਬਾਹਰ ਜਿਵੇਂ ਗੁਰੂ ਖਾਲਸਾ ਜੀ ਹਨੇਰੀ ਵਗਦੀ ਆ ਨਾ ਤੇ ਬੰਦਾ ਸੁਚੇਤ ਹੋ ਜਾਂਦਾ, ਮਿੱਟੀ ਘੱਟੇ ਤੋਂ ਬਚਣ ਲਈ ਆਪਣੇ ਆਪ ਨੂੰ ਵੀ ਤੇ ਘਰ ਨੂੰ ਵੀ ਸਾਰੇ ਦਰਵਾਜ਼ੇ ਭੇੜ ਲੈਂਦਾ। ਇਦਾਂ ਹੀ ਰੱਬ ਦੇ ਪਿਆਰੇ ਜਿਹੜੇ ਸੰਸਾਰ ਦੇ ਵਿੱਚ ਈਰਖਾ ਦੀ, ਨਿੰਦਿਆ ਦੀ, ਚੁਗਲੀ ਦੀ, ਹੰਕਾਰ ਦੀ, ਹਉਮੈ ਦੀ ਇਹ ਆਵਾਜ਼ ਹਨੇਰੀ ਬਣ ਕੇ ਵਗ ਰਹੀ ਆ,
ਰੱਬ ਦੇ ਪਿਆਰੇ ਇਹਨਾਂ ਨੂੰ ਇਸ ਹਨੇਰੀ ਤੋਂ ਬਚਣ ਵਾਸਤੇ ਆਪਣੇ ਕੰਨ ਬੰਦ ਕਰਕੇ ਰੱਖਦੇ ਨੇ। ਸ਼ਬਦ ਆਉਂਦਾ ਬਾਣੀ ਦੇ ਵਿੱਚ, ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਆ ਕੌਣ, ਕੰਨੀ ਬੁੱਝੇ ਦੇ ਰਹਾ ਕਿਤੀ ਵਗਾ ਪਾਉਣ। ਇਹਨਾਂ ਕੰਨਾਂ 'ਚ ਬੁੱਝੇ ਦੇ ਦੀਏ। ਗੁਰੂ ਖਾਲਸਾ ਜੀ ਨਾਮ ਸੁਣੀਏ ਇਹਨਾਂ ਕੰਨਾਂ ਦੇ ਨਾਲ, ਜਿਹਦੇ ਨਾਲ ਮਨ ਵੀ ਸ਼ਾਂਤ ਹੋਵੇ ਤੇ ਤਨ ਵੀ ਸ਼ਾਂਤ ਹੋਵੇ। ਇਹ ਕੰਨਾਂ ਦੇ ਨਾਲ ਜੇ ਕਿਤੇ ਆਪਾਂ ਆਪਣੀ ਉਸਤਤ ਦਾ ਬੋਲ ਸੁਣ ਲਿਆ ਤਾਂ ਵੀ ਵਿਗਨ, ਜੇ ਨਿੰਦਿਆ ਦਾ ਸੁਣ ਲਿਆ ਤੇ ਤਾਂ ਵੀ ਵਿਗਨ। ਜਿੱਥੇ ਨਿੰਦਿਆ ਵਿਗਨ ਪਾਉਂਦੀ ਆ ਨਾ, ਉੱਥੇ ਉਸਤਤ ਬਹੁਤ ਵੱਡਾ ਵਿਗਨ ਪਾਉਂਦੀ ਹੈ। ਕਿਸੇ ਨੇ ਸਭਾ 'ਚ ਇੱਕ ਬੋਲ ਗੁਰੂ ਖਾਲਸਾ ਜੀ ਆਪਾਂ ਨੂੰ ਮਾੜਾ ਬੋਲ ਦਿੱਤਾ ਨਾ, ਰਾਤ ਬੜਾ ਉੱਠੀ ਦਾ, ਰੋਟੀ ਨਹੀਂ ਲੰਘਦੀ। ਕੰਨਾਂ 'ਚ ਰਾਈ ਬੋਲ ਸੁਣਿਆ, ਰਾਤ ਨੀਂਦ ਨਹੀਂ ਪੈਂਦੀ। ਗੁਰੂ ਅਮਰਦਾਸ ਸਾਹਿਬ ਜੀ ਨੂੰ ਪੰਡਤ ਨੇ ਇਹੋ ਹੀ ਕਿਹਾ ਸੀ ਨਾ ਵੀ ਬ੍ਰਿਧ ਹੋਤ ਲੋ ਇਮ ਰਹੇ ਨਾ ਗੁਰੂ ਬਣਾਇਓ, ਮਹਾ ਕਰਮ ਖੋਟਾ ਕੀਓ ਮਨ ਮਤ ਬਿਰਮਾਇਓ। ਵੀ ਤੂੰ ਗੁਰੂ ਹੀ ਨਹੀਂ ਧਾਰਿਆ, ਸਾਰੀ ਮਰੇਦਾਂ ਕੱਢ ਲਈ, ਤੇਰੇ ਨਾਲ ਮੈਂ ਵੀ ਭ੍ਰਿਸ਼ਟਿਆ ਗਿਆ। ਇਤਿਹਾਸ ਕਹਿੰਦਾ ਬਾਬੇ ਅਮਰਦਾਸ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ। ਯਾਦ ਰੱਖੋ ਇਹ ਕਾਰਨ ਹੈ। ਜਦੋਂ ਆਪਾਂ ਆਪਣੇ ਪਰਖਾਏ ਕੋਈ ਕੌੜਾ ਬੋਲ ਸੁਣਦੇ ਆ ਨਾ, ਉਹ ਸੌਣ ਨਹੀਂ ਦਿੰਦਾ, ਉਹ ਵੀ ਗੁਰੂ ਤੋਂ ਪਾਸੇ ਕਰ ਦਿੰਦਾ। ਜਦੋਂ ਆਪਾਂ ਨੂੰ ਕਿਸੇ ਨੇ ਉਸਤਤ ਦਾ ਬੋਲ ਕਰਦਾ ਵੀ ਤੂੰ ਬੜਾ ਚੰਗਾ ਹੈ, ਤੇਰੇ ਵਰਗਾ ਸੱਜਣਾ ਬੰਦਾ ਹੀ ਕੋਈ ਨਹੀਂ ਹੈਗਾ, ਉਹ ਬੰਦਾ ਰਾਤ ਇੰਨਾ ਹੰਕਾਰ ਕਰ ਦਿੰਦਾ, ਰੱਬ ਦੀ ਯਾਦ ਉਹਨੂੰ ਵੀ ਭੁੱਲ ਜਾਂਦੀ। ਜਿੱਥੇ ਨਿੰਦਿਆ ਵਿਗਨ ਬਣੀ, ਉੱਥੇ ਉਸਤਤ ਵੀ ਗੁਰੂ ਖਾਲਸਾ ਜੀ ਵਿਗਨ ਬਣਦੀ ਹੈ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਜਿੱਥੇ ਨਿੰਦਿਆ ਵੀ ਨਹੀਂ, ਜਿੱਥੇ ਉਸਤਤ ਵੀ ਨਹੀਂ, ਉੱਥੇ ਗੁਰੂ ਖਾਲਸਾ ਜੀ ਨਿਰਲੇਪ ਪੁਣਾਏ, ਉੱਥੇ ਅਪਰਸ ਪੁਣਾਏ। ਸੋ ਇਸ ਵਾਸਤੇ ਕਰਨ ਨਾ ਸੁਣਾ ਕਾਹੂ ਕੀ ਨਿੰਦਾ, ਕੰਨਾਂ ਦੇ ਨਾਲ ਕਦਾਚਿਤ ਵੀ ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਕੀ ਸੁਣਨਾ ਹੈ? ਪਰਮੇਸ਼ਰ ਦਾ ਨਾਮ ਸੱਚ ਸੁਣਨਾ ਹੈ, ਸੱਚੇ ਦੀ ਬਾਣੀ ਜਿਹੜੀ ਸੁਣਨੀ ਹੈ ਜੀ। ਸਭ ਤੇ ਜਾਣੈ ਆਪਸ ਕਾ ਮੰਦਾ, ਔਰ ਐ ਮਨੁੱਖ ਆਪਣੇ ਆਪ ਨੂੰ ਸਾਰਿਆਂ ਤੋਂ ਮੰਦਾ ਨੀਵਾਂ ਜਾਣ, ਆਪਣੇ ਆਪ ਨੂੰ ਸਭਨਾ ਤੋਂ ਮਾੜਾ ਜਾਣ। ਆਪਾਂ ਗੁਰੂ ਖਾਲਸਾ ਜੀ ਸਭ ਤੋਂ ਨੀਵੇਂ ਰਹਿਣਾ। ਬਾਣੀ ਵਿੱਚ ਸ਼ਬਦ ਆਉਂਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਮਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਬੀਰ ਸਾਹਿਬ ਜੀ ਕਹਿੰਦੇ ਅਸੀਂ ਸਾਰਿਆਂ ਤੋਂ ਮਾੜੇ, ਸਾਨੂੰ ਛੱਡ ਕੇ ਸਾਰੇ ਹੀ ਚੰਗੇ ਨੇ, ਪਰ ਅਸੀਂ ਤਾਂ ਕਹਿੰਦੇ ਨਹੀਂ ਸਾਡੇ ਵਰਗਾ ਚੰਗਾ ਕੋਈ ਨਹੀਂ ਤੇ ਤੇਰੇ ਵਰਗਾ ਮਾੜਾ ਕੋਈ। ਦੂਜੇ ਨੂੰ ਨੀਵਾਂ ਕਰਦਿਆਂ ਤੇ ਗੁਰੂ ਖਾਲਸਾ ਜੀ ਫਲ ਲੱਗਦਾ। ਔਰ ਸਾਡੀ ਆਦਤ ਬਣ ਗਈ ਆ, ਜਿੱਦਾਂ ਕਿਸੇ ਨੂੰ ਨੀਵਾਂ ਨਾ ਕਰੀਏ ਉਹਨਾਂ 'ਚ ਰੋਟੀ ਨਹੀਂ ਲੰਘਦੀ। ਪਰ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ। ਇਸ ਵਾਸਤੇ ਗੁਰੂ ਖਾਲਸਾ ਜੀ ਆਪਣੇ ਆਪ ਨੂੰ ਨਿਰਲੇਪ ਰੱਖੀਏ, ਨੀਵੇਂ ਰਹੀਏ, ਨਿਭ ਕੇ ਰਹੀਏ, ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਬਾਣੀ ਦੇ ਵਿੱਚ ਗਰੀਬ ਨਵਾਜ ਆਇਆ, ਅਮੀਰ ਨਵਾਜ ਨਹੀਂ ਆਇਆ। ਗਰੀਬ ਨੀਵਾਂ ਹੀ ਹੁੰਦਾ ਹੈ ਨਾ। ਤੇ ਇਹ ਵੀ ਸ਼ਬਦ ਆਇਆ ਵੀ ਨੀਚੋਂ ਊਚ ਕਰਿਆ ਮੇਰਾ ਗੋਬਿੰਦ। ਸਤਿਗੁਰੂ ਨੀਵਿਆਂ ਤੋਂ ਉੱਚੇ ਕਰਦੇ ਆ। ਗੁਰੂ ਖਾਲਸਾ ਜੀ ਬੱਚਾ ਜਨਮ ਲੈਂਦਾ ਫੇਰ ਹੀ ਵੱਡਾ ਹੁੰਦਾ ਹੈ। ਇਸ ਵਾਸਤੇ ਆਪਣੇ ਆਪ ਨੂੰ ਨੀਵੇਂ ਲਓ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਆਪ ਨੜੇ ਗਿਰੀਵਾਰ ਮੈਂ ਸਿਰ ਨੀਵਾਂ ਕਰ ਦੇ। ਉਹ ਦੂਜਿਆਂ ਨੂੰ ਕਹਿੰਦਾ ਤੇਰੇ ਚ ਆ ਉਗਣ ਆ ਗਲਤੀ ਆ, ਆਪਣੇ ਅੰਦਰ ਵੀ ਤੇ ਸਿਰ ਨੀਵਾਂ ਕਰਨਾ ਥੋੜਾ ਜਿਹਾ, ਆਪਣੇ ਵੀ ਥੋੜਾ ਜਿਹਾ ਵੇਖ। ਸੋ ਆਪਣੇ ਆਪ ਨੂੰ ਕਹਿੰਦੇ ਸਾਰਿਆਂ ਤੋਂ ਮੰਦਾ ਜਾਣਨਾ ਚਾਹੀਦਾ, ਭਾਵ ਆਪ ਹੀ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ ਜੀ। ਗੁਰ ਪ੍ਰਸਾਦ ਦੇ ਵਿਖਿਆ ਪਰ ਹਰੈ, ਗੁਰੂ ਦੀ ਪ੍ਰਸਾਦ ਕੀ ਕਿਰਪਾ ਦੇ ਸਦਕਾ। ਗੁਰੂ ਖਾਲਸਾ ਜੀ ਜਿਹੜੀ ਵਿਖਿਆ ਇਹ ਮਾਇਆ ਇਹਨਾਂ ਵਿਖ ਜਾ ਰੂਪੀ ਪਦਾਰਥ ਵਿਸ਼ੇ ਪਰ ਵਿਸ਼ੇਸ਼ ਕਰਕੇ ਹਰਾ ਕਹੀਏ ਨਾਸ਼ ਕਰ। ਗੁਰੂ ਦੀ ਕਿਰਪਾ ਹੋਵੇ। ਹਰਾ ਨਾਮ ਹਰਨ ਦਾ ਹੈ। ਬਾਣੀ ਵਿੱਚ ਹਰ ਸ਼ਬਦ ਆਉਂਦਾ, ਹਰ ਤੋਂ ਹੀ ਹਰਾ ਬਣਿਆ। ਹਰ ਦੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ ਨੇ। ਹਰ ਦਾ ਅਰਥ ਹਰਾ ਰੰਗ ਵੀ ਹੈ, ਹਰ ਦਾ ਅਰਥ ਹਰੀ ਵੀ ਹੈ। ਇਸੇ ਤਰੀਕੇ ਦੇ ਨਾਲ ਹਰ ਦਾ ਅਰਥ ਇੱਕ ਭਾਸ਼ਾ ਡੱਡੂ ਵੀ ਕਰਦੇ ਨੇ। ਹਰ ਦਾ ਅਰਥ ਹਰਨਾ ਖੋਹ ਲੈਣਾ ਵੀ ਹੈ। ਦੁੱਖ ਪਰ ਹਰ ਸੁਖ ਕਰ ਲੈ ਜਾਏ। ਉਹੀ ਇੱਥੇ ਹੈ ਵਿਖਿਆ ਪਰ ਹਰ। ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ
ਉਹ ਫਿਰ ਗੁਰੂ ਖਾਲਸਾ ਜਿਹੜੀ ਵਿਖਿਆ ਵੇਖਿਆ ਨਾ ਜ਼ਹਿਰ, ਇਹਨੂੰ ਵਿਸ਼ੇਸ਼ ਕਰਕੇ ਜਿਹੜੀ ਸੰਸਾਰ ਦੀ ਮਿੱਠੀ ਜ਼ਹਿਰ ਹੈ, ਜਿਹਨੂੰ ਬੰਦਾ ਖਾਈ ਵੀ ਜਾ ਰਿਹਾ ਤੇ ਪਤਾ ਨਹੀਂ ਲੱਗ ਰਿਹਾ, ਇਹਨੂੰ ਵਿਸ਼ੇਸ਼ ਕਰਕੇ ਹਰਾ ਹਰ ਲੈਂਦਾ ਹੈ ਜੀ। ਮਨ ਕੀ ਬਾਸਨਾ ਮਨ ਤੇ ਔਰ ਟਰੈ, ਜੋ ਮਨ ਦੀ ਵਾਸਨਾ, ਜਿਹੜੀ ਮਨ ਵਿੱਚ ਵਾਸਨਾ ਆਏ ਨਾ, ਇਹ ਵੀ ਗੁਰੂ ਖਾਲਸਾ ਜੀ ਟਲਦੀ ਤੇ ਨਹੀਂ। ਵੈਸੇ ਕਿਦਾ ਨਹੀਂ ਕਿੰਨੇ ਸੰਕਲਪ ਵਿਕਲਪ ਵੇਗ ਲਈ ਫਿਰਦੇ ਆ, ਕਿੰਨੇ ਤਰ੍ਹਾਂ ਦੇ ਫੁਰਨੇ ਨੇ। ਸਾਹਿਬ ਜੀ ਕਹਿੰਦੇ ਵੀ ਜਿਹੜੀ ਮਨ ਦੀ ਵਾਸਨਾ ਆਏ, ਉਹਨੂੰ ਵੀ ਆਪਣੇ ਮਨ ਤੋਂ ਟਾਲਣਾ ਕਰੇ ਜੀ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਹਾਂ, ਇੰਦਰੀ ਜਿੱਤ ਹੋਵੇ, ਇੰਦਰੀ ਤੇ ਜਿੱਤੀ ਨਹੀਂ ਜਾਂਦੀ। ਹਰ ਪ੍ਰਾਣੀ ਗੁਰੂ ਖਾਲਸਾ ਜੀ ਇੱਥੇ ਆ ਕੇ ਮਾਰ ਖਾ ਜਾਂਦਾ, ਕੋਈ ਵਿਰਲਾ ਹੀ ਵੱਜਦਾ। ਔਰ ਗੁਰੂ ਦੀ ਕਿਰਪਾ ਦਾ ਪਾਤਰ, ਗੁਰੂ ਦਾ ਸਿਰ ਤੇ ਹੱਥ ਹੋਵੇ, ਉਹ ਹੀ ਵੱਜਦਾ। ਭਾਈ ਜੋਗਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੋਏ ਨੇ, ਮਹਾਰਾਜ ਜੀ ਨੇ ਅਸੀਸ ਦੇ ਕੇ ਤੋਰਿਆ ਸੀ ਜੋਗਿਆ। ਕਦੇ ਬਚਪਨ ਵਿੱਚ ਮਹਾਰਾਜ ਜੀ ਦੇ ਕੋਲ ਗਿਆ ਸੀ ਤੇ ਸਤਿਗੁਰੂ ਜੀ ਨੇ ਪੁੱਛਿਆ ਕੀ ਨਾਂ ਹੈ? ਕਹਿੰਦਾ ਮਹਾਰਾਜ ਜੋਗਾ। ਤੇ ਸਤਿਗੁਰੂ ਜੀ ਹੱਸ ਕੇ ਕਹਿੰਦੇ ਕਿਹਦੇ ਜੋਗਾ? ਕਲਗੀਧਰ ਨੂੰ। ਕਹਿੰਦਾ ਮਹਾਰਾਜ ਤੁਹਾਡੇ ਜੋਗਾ। ਤੇ ਹਜੂਰ ਨੇ ਕਿਹਾ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਅੱਜ ਤੋਂ ਗੁਰੂ ਤੇਰੇ ਜੋਗਾ। ਕਦੇ ਹੱਸ ਕੇ ਮਹਾਰਾਜ ਨੇ ਕਿਹਾ ਸੀ। ਤੇ ਗੁਰੂ ਖਾਲਸਾ ਜੀ ਬਹੁਤ ਲੰਬੇਰਾ ਸਮਾਂ ਰਹੇ ਮਹਾਰਾਜ ਜੀ ਦੇ, ਔਰ ਘਰ ਦੇ ਲੈ ਆਏ, ਆਨੰਦ ਕਾਰਜ ਰੱਖਿਆ। ਮਹਾਰਾਜ ਜੀ ਨੇ ਵਿਦਾਇਗੀ ਸਮੇਂ ਕਿਹਾ ਸੀ ਜੋਗਿਆ ਜਦੋਂ ਅਸੀਂ ਬੁਲਾਈਏ ਨਾ ਉਦੋਂ ਵਾਪਸ ਆ ਜਾ। ਉਹ ਜੋਗੇ ਤੋਂ ਜੋਗਾ ਸਿੰਘ ਬਣ ਚੁੱਕਾ ਸੀ। ਆਨੰਦ ਕਾਰਜ ਹੋ ਰਿਹਾ ਸੀ। ਕੁਝ ਵਿਦਵਾਨ ਕਹਿੰਦੇ ਕਲਾਵਾਂ ਹੋ ਰਹੀਆਂ ਸੀ, 2 ਹੋਈਆਂ, 2 ਰਹਿ ਗਈਆਂ, ਕੁਝ ਕਹਿੰਦੇ ਇਲਾਵਾ ਹੋਈਆਂ। ਖੈਰ ਗੁਰੂ ਕੇ ਸਿੱਖ ਨੇ ਹੁਕਮ ਦਿੱਤਾ ਕਿ ਜੋਗਾ ਸਿੰਘ ਜਿੱਥੇ ਵੀ ਆ ਜੋ ਵੀ ਕਰ ਰਿਹਾ ਛੱਡ ਕੇ ਇੱਥੇ ਹਾਜ਼ਰ ਹੋ। ਇਤਿਹਾਸਕਾਰ ਕਹਿੰਦੇ ਵੀ ਉਹ ਛੱਡ ਕੇ ਤੁਰ ਪਿਆ। ਇੱਕ ਔਰਤ ਨੂੰ ਘਰ ਛੱਡ ਦਿੱਤਾ ਜਿੰਨਾ ਵਿਆਹ ਹੋਇਆ, ਵਿਆਹ ਲਾਵਾਂ ਆਨੰਦ ਕਰ ਸਭ ਕੁਝ ਕਰਕੇ ਛੱਡ ਕੇ ਤੁਰ ਪਿਆ। ਔਰ ਗੁਰੂ ਖਾਲਸਾ ਜੀ ਚੱਲਦਾ ਗਿਆ, ਹੁਸ਼ਿਆਰਪੁਰ ਦੇ ਨੇੜੇ ਗਿਆ ਤੇ ਸ਼ਾਮ ਪੈ ਗਈ। ਸੋਚਿਆ ਵੀ ਰਾਤ ਬਤੀਤ ਕਰ ਲਾ, ਸਾਹਮਣੇ ਵੇਸਵਾ ਦੁਆਰਾ ਚੜ੍ਹਦੀ ਜਵਾਨੀ, ਮਨ ਭਟਕ ਗਿਆ। ਬਾਰ-ਬਾਰ ਉਧਰ ਨੂੰ ਆਵੇ ਗੁਰੂ ਖਾਲਸਾ ਜੀ। ਇੱਕ ਬਜ਼ੁਰਗ ਜਿਹੜਾ ਸੀ ਉਹ ਡਾਂਗ ਲਾ ਕੇ ਬੈਠਾ, ਜਦੋਂ ਲਾਗੇ ਆਵੇ ਡਾਂਗ ਖੜਕਾਏ ਤੇ ਮੁਰਝਾ ਕਰੇ। ਸਾਰੀ ਰਾਤ ਗੁਰੂ ਖਾਲਸਾ ਜੀ ਵਾਸਨਾ ਦੇ ਅਧੀਨ ਰਿਹਾ। ਭੁੱਲ ਗਿਆ ਵੀ ਔਰਤ ਨੂੰ ਤਾਂ ਮੈਂ ਘਰ ਛੱਡ ਕੇ ਆ ਗਿਆ ਗੁਰੂ ਦੇ ਮਗਰ ਲਾ ਕੇ, ਤੇ ਫੇਰ ਔਰਤ ਨੇ ਮੇਰਾ ਰਾਹ ਰੋਕ ਲਿਆ। ਔਰ ਗੁਰੂ ਖਾਲਸਾ ਜੀ ਜਦੋਂ ਅੰਮ੍ਰਿਤ ਵੇਲਾ ਆਇਆ ਨਾ, ਫੇਰ ਗੁਰੂ ਦੀ ਯਾਦ ਆਈ ਵੀ ਆਹ ਵੇਲਾ ਗੁਰੂ ਦਾ ਹੈ, ਵੀ ਜਿਹਨੂੰ ਮੈਂ ਘਰ ਛੱਡ ਕੇ ਆਇਆ ਹੈ ਉਹਦੇ ਮਗਰ ਫੇਰ ਭਟਕ ਗਿਆ, ਗੁਰੂ ਭੁੱਲ ਗਿਆ। ਉਹ ਫੇਰ ਆਨੰਦਪੁਰ ਸਾਹਿਬ ਪਹੁੰਚਿਆ। ਮਹਾਰਾਜ ਜੀ ਸਾਹਮਣੇ ਸ਼ੁਭਾਇਮਾਨ ਸੀ ਤੇ ਸਤਿਗੁਰੂ ਜੀ ਨੇ ਸਾਂਗ ਰਚਾਇਆ ਵੀ ਜਿਵੇਂ ਆਰਾਮ ਕਰ ਰਹੇ ਹੁਣ ਜੋਗੀ ਨੂੰ ਵੇਖਿਆ ਨਾ ਹੋਵੇ, ਨੇਤਰ ਮੁੰਦ ਲਏ। ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਨੂੰ ਪ੍ਰੇਮ ਦੇ ਨਾਲ ਬੁਲਾ ਰਿਹਾ ਸੀ ਤੇ ਹਜੂਰ ਕਹਿਣ ਲੱਗੇ ਜੋਗਿਆ ਨਾ ਤੂੰ ਰਾਤ ਸੌਣ ਦਿੰਦਾ ਤੇ ਨਾ ਦਿਨੇ ਸੌਣ ਦਿੰਦਾ। ਕਹਿਣ ਲੱਗੇ ਮਹਾਰਾਜ ਇਹ ਕੀ ਕਹੋ ਤੁਸੀਂ? ਕਹਿਣ ਲੱਗੇ ਰਾਤ ਜਿਹੜਾ ਬਜ਼ੁਰਗ ਰੋਕ ਰਿਹਾ ਸੀ ਨਾ ਉਹ ਅਸੀਂ ਗਏ ਹੋਏ ਸੀ। ਕਦੇ ਤੂੰ ਸਾਨੂੰ ਕਿਹਾ ਸੀ ਕਿ ਮਹਾਰਾਜ ਜੋਗਾ ਤੁਹਾਡੇ ਜੋਗਾ ਤੇ ਜੋਗਿਆ ਗੁਰੂ ਨੇ ਵੀ ਕਹਿ ਦਿੱਤਾ ਸੀ ਜੇ ਜੋਗਾ ਗੁਰੂ ਜੋਗਾ ਤੇ ਗੁਰੂ ਜੋਗੇ ਦੇ ਜੋਗਾ। ਸੋ ਇਹ ਗੁਰੂ ਦੀ ਕਿਰਪਾ ਆਵੇ ਤੇ ਫੇਰ ਗੁਰੂ ਖਾਲਸਾ ਜੀ ਇੰਦਰੀ ਜਿੱਤ ਬਣਿਆ ਜਾਂਦਾ। ਸਾਹਿਬ ਜੀ ਕਹਿੰਦੇ ਇੰਦਰੀ ਜਿੱਤ ਹੋਵੇ ਤੇ ਪੰਜ ਦੋਖ ਸ਼ਬਦ ਸਪਰਸ਼ ਰੂਪ ਰਸ ਗੰਧ, ਔਰ ਇਹਨਾਂ ਦੋਖਾਂ ਤੋਂ ਗੁਰੂ ਖਾਲਸਾ ਜਿਹੜਾ ਰਹਿਤ ਨਿਰਲੇਪ ਹੋਵੇ ਜੀ। ਨਾਨਕ ਕੋਟ ਮਧੇ ਕੋ ਐਸਾ ਅਪਰਸ, ਸਾਹਿਬ ਜੀ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਕੋਟ ਮੱਧੇ, ਕਰੋੜਾਂ ਦੇ ਮੱਧੇ ਕਹੀਏ ਵਿੱਚੋਂ ਕੋਈ ਇਹੋ ਜਿਹਾ ਵਿਰਲਾ ਹੀ ਅਪਰਸ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਅਪਰਸ ਸਦਾਉਂਦਾ। ਕੋਈ ਇਹੋ ਜਿਹਾ ਵਿਰਲਾ ਹੀ ਬਚਿਆ ਹੁੰਦਾ ਹੈ ਜਿਹਦੇ ਹਿਰਦੇ 'ਚ ਨਾਮ ਹੋਵੇ, ਸਾਰੇ ਹੀ ਰੱਬ ਨੂੰ ਵੇਖਦਾ ਹੋਵੇ ਤੇ ਨਿਮਕ ਨਿਮਕ ਮਾਤਰ ਪਰਮੇਸ਼ਰ ਨੂੰ ਜਪਦਾ ਹੋਵੇ, ਦੂਜਿਆਂ ਨੂੰ ਤਾਰਨ ਦਾ ਗੁਰੂ ਖਾਲਸਾ ਜੀ ਬਲ ਰੱਖਦਾ ਹੋਵੇ। ਉਹ ਪੁਰਾਣੀ ਅਪਰਸ ਹੈ ਜਿਹੜੇ ਗੁਰੂ ਖਾਲਸਾ ਜੀ ਆਪੂ ਅਪਰਸ ਬਣੀ ਫਿਰਦੇ ਨਾ, ਭੇਖ ਧਾਰੀ ਨਹੀਂ ਬਣਿਆ। ਭੇਖ ਧਾਰੀ ਅਪਰਸ ਬਣਨਾ ਬੜਾ ਸੌਖਾ ਹੈ। ਕਿੰਨੇ ਬਾਬੇ ਬਲਾਤਕਾਰੀ ਫੜੇ ਗਏ, ਕਿੰਨੇ ਗੋਲਕਾਂ ਦੇ ਗੁਰੂ ਖਾਲਸਾ ਜੀ ਘਪਲੇ, ਗੁਰੂ ਘਰਾਂ ਦੀ ਮਾਇਆ ਹੀ ਖਾ ਕੇ ਜਹੇਦਾਰ ਬਣ ਕੇ। ਕਿੰਨਿਆਂ ਨੇ ਮਾੜੇ ਕਰਮ ਕੀਤੇ, ਗੁਰੂ ਕਾ ਭੇਖ ਰੱਖ ਕੇ ਪਰ ਗੁਰੂ ਕੀ ਰਾਤ ਨਹੀਂ ਰੱਖੀ ਗਈ।
ਕੋਈ ਵਿਰਲਾ ਹੀ ਹੁੰਦਾ, ਉਹ ਵੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦਾ ਪਾਤਰ। ਕਰੋੜਾਂ ਦੇ ਵਿੱਚੋਂ ਕੋਈ ਇਹੋ ਜਿਹਾ ਪਰਸ ਹੁੰਦਾ ਹੈ। ਸਿੱਖ ਪੁੱਛ ਰਹੇ ਨੇ, ਮਹਾਰਾਜ ਅਪਰਸ ਦੀ ਪਰਿਭਾਸ਼ਾ ਕੀ ਹੈ? ਇੱਥੇ ਆਪ ਨੂੰ ਅਪਰਸ ਬਣੀ ਫਿਰਦੇ ਨੇ, ਤੁਹਾਡੇ ਅਨੁਸਾਰ ਅਪਰਸ ਕੌਣ ਹੈ? ਗਰੀਬ ਨਵਾਜ਼ ਜ਼ਿਕਰ ਕਰਦੇ ਨੇ ਕਿ ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਦੇ ਕੋ ਐਸਾ ਅਪਰਸ। ਕਰੋੜਾਂ ਦੇ ਵਿੱਚੋਂ ਕੋਈ ਇਹੋ ਜਿਹਾ ਜਿਹੜਾ ਇੰਦਰੀ ਜਿੱਤ ਹੋਵੇ ਔਰ ਸੰਜਮੀ ਹੋਵੇ, ਇੰਦਰੀਆਂ ਦੇ ਜਿਹਨੇ ਗੁਰੂ ਖਾਲਸਾ ਜੀ ਕੰਟਰੋਲ ਕੀਤਾ ਹੋਵੇ, ਪੰਚਾਂ ਵਿਕਾਰਾਂ ਤੋਂ ਰਹਿਤ ਹੋਵੇ, ਉਹ ਵਿਰਲਾ ਕੋਈ ਇਹੋ ਜਿਹਾ ਅਪਰਸ ਪੁਰਸ਼ ਹੈ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਦੇ ਨੇ। ਨਾਵਾਂ ਸ਼ਲੋਕ ਪ੍ਰਾਰੰਭ ਹੋਇਆ ਹੈ। ਸ਼ਲੋਕ ਤੋਂ ਅਸ਼ਟਪਦੀ ਦਾ ਇੱਕ ਬੰਦ ਇੱਕ ਪਦਾ ਆਪ ਜੀ ਨਾਲ ਸਾਂਝਾ ਹੋਇਆ। ਅੱਗੇ ਦਾ ਬਾਕੀ ਜ਼ਿਕਰ ਆਵੇਗਾ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਸਮੂਹ ਸੰਗਤਾਂ ਦਾ ਧੰਨਵਾਦ। ਗਾਵਿਆ ਸੁਣਿਆ ਥਾਏ ਪਾਉਣ। ਅਤੀ ਸਤਿਕਾਰਯੋਗ ਵਿਦਿਆ ਦਾਤੇ ਬਾਬਾ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਉਹਨਾਂ ਦਾ ਧੰਨਵਾਦ ਜੋ ਹਰ ਰੋਜ਼ ਹੀ ਤਰਸ ਕਰਕੇ ਇਸ ਨਾਚੀਜ਼ ਨੂੰ ਵੀ ਗੁਰੂ ਖਾਲਸਾ ਜੀ ਵਿਚਾਰ ਕਰਨ ਦਾ ਸਮਾਂ ਬਖਸ਼ ਰਹੇ ਨੇ, ਅਸੀਸ ਬਖਸ਼ ਰਹੇ ਨੇ। ਉਹਨਾਂ ਦਾ ਵੀ ਧੰਨਵਾਦ ਹੈ। ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ ਦਾ, ਜਿਨ੍ਹਾਂ ਨੇ ਇਸ ਕਲੂ ਕਾਲ ਦੇ ਵਿਖਮ ਸਮੇਂ ਦੇ ਵਿੱਚ ਵੀ ਸਾਨੂੰ ਸੰਗਤ ਕਰਨ ਦਾ, ਗੁਰੂ ਹਜ਼ੂਰੀ ਵਿੱਚ ਬੈਠਣ ਦਾ, ਗੁਰਮਤਿ ਵਿਚਾਰ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਕੋਟਨ ਕੋਟਨ ਧੰਨਵਾਦ ਸ਼ੁਕਰਾਨਾ ਹੈ। ਹੋਈ ਭੁੱਲ ਚੁੱਕ ਦੀ ਖਿਮਾ, ਆਸੀਸ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ